कि बाजार ਤਾਂ ਜੂਆ ਹੈ, मैं पैसे लगाए ਸੀ, मेरे ਤਾਂ पैसे डुब गए ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਪਰ ਆਪਾਂ ਕਦੇ ਸੋਚਿਆ ਕਿ ਅਜਿਹਾ ਹੈ ਕਿਉਂ? ਦੋਸਤੋ, ਕਿਉਂਕਿ ਅਮੀਰ ਲੋਕ ਆਪਣੇ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਟਾਕ ਪੰਜਾਬੀ ਚੈਨਲ ਦੇ ਉੱਤੇ। ਦੋਸਤੋ, ਪਿਛਲੀਆਂ ਵੀਡੀਓਜ਼ ਵਿੱਚ ਆਪਾਂ ਮੁੱਖ ਰੂਪ ਵਿੱਚ 3 ਸਵਾਲਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਆਓ ਅੱਗੇ ਵਧਣ ਤੋਂ ਪਹਿਲਾਂ ਉਹਨਾਂ ਉੱਤੇ ਇੱਕ ਨਿਗਾਹ ਮਾਰੀਏ। ਸਭ ਤੋਂ ਪਹਿਲਾਂ ਆਪਾਂ ਇਹ ਜਾਣਿਆ ਸੀ ਕਿ ਸ਼ੇਅਰ ਬਾਜ਼ਾਰ ਜਾਂ ਸਟਾਕ ਮਾਰਕੀਟ ਕੀ ਹੈ। ਜਿੱਥੇ ਸ਼ੇਅਰਾਂ ਦੀ ਖਰੀਦ ਅਤੇ ਵੇਚ ਹੁੰਦੀ ਹੈ ਉਸ ਨੂੰ ਸਟਾਕ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਕਿਹਾ ਜਾਂਦਾ ਹੈ। ਦੂਜਾ, ਸ਼ੇਅਰ ਜਾਂ ਸਟਾਕ ਕੀ ਹੈ? ਸ਼ੇਅਰ ਕਿਸੇ ਪਬਲਿਕ ਕੰਪਨੀ ਦੀ ਕੁੱਲ ਕੀਮਤ ਦਾ ਇੱਕ ਸਭ ਤੋਂ ਨਿੱਕਾ ਜਿਹਾ ਹਿੱਸਾ ਜਾਂ ਯੂਨਿਟ ਹੁੰਦਾ ਹੈ ਜਿਸ ਨੂੰ ਖਰੀਦ ਕੇ ਆਮ ਲੋਕ ਵੀ ਕਿਸੇ ਕੰਪਨੀ ਵਿੱਚ ਹਿੱਸੇਦਾਰੀ ਲੈ ਸਕਦੇ ਹਨ। ਜਿਵੇਂ ਅਸੀਂ ਸਾਰਿਆਂ ਨੇ ਕੋਲਗੇਟ ਟੂਥਪੇਸਟ ਨੂੰ ਤਾਂ ਕਦੀ ਨਾ ਕਦੀ ਵਰਤਿਆ ਹੀ ਹੋਵੇਗਾ। ਦੋਸਤੋ, ਇਸ ਕੰਪਨੀ ਦਾ ਪੂਰਾ ਨਾਮ ਕੋਲਗੇਟ ਪਾਲਮੋਲਿਵ ਇੰਡੀਆ ਲਿਮਟਿਡ ਹੈ। ਇਸ ਦੇ ਕੁੱਲ 27 ਕਰੋੜ 20 ਲੱਖ ਸ਼ੇਅਰ ਹਨ। ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਉਸ ਸਮੇਂ ਇਸ ਕੰਪਨੀ ਦੇ ਇੱਕ ਸ਼ੇਅਰ ਦੀ ਕੀਮਤ 1488 ਰੁਪਏ ਹੈ। ਜੇਕਰ ਅਸੀਂ 1488 ਨੂੰ ਕੁੱਲ ਸ਼ੇਅਰਾਂ ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਇਸ ਕੰਪਨੀ ਦੀ ਕੁੱਲ ਕੀਮਤ, ਜਿਸ ਨੂੰ ਕਿ ਮਾਰਕੀਟ ਕੈਪ ਕਿਹਾ ਜਾਂਦਾ ਹੈ, ਉਸ ਦਾ ਅੰਕੜਾ ਨਿਕਲ ਕੇ ਆ ਜਾਵੇਗਾ ਜੋ ਕਿ 40,473 ਕਰੋੜ ਬਣਦਾ ਹੈ। ਇਸ ਦਾ ਮਤਲਬ ਜੇ ਕੋਈ 1488 ਰੁਪਏ ਉੱਤੇ ਇਸ ਕੰਪਨੀ ਦਾ ਇੱਕ ਸ਼ੇਅਰ ਖਰੀਦਦਾ ਹੈ ਤਾਂ ਉਹ 40,473 ਕਰੋੜ ਦੀ ਕੰਪਨੀ ਵਿੱਚ 1488 ਰੁਪਏ ਦੇ ਬਰਾਬਰ ਦਾ ਹਿੱਸੇਦਾਰ ਬਣ ਗਿਆ ਹੈ। ਹੁਣ ਉਹ ਇਸ ਸ਼ੇਅਰ ਨੂੰ ਜਿੰਨੀ ਦੇਰ ਚਾਹਵੇ ਉਨੀ ਦੇਰ ਆਪਣੇ ਡੀਮੈਟ ਅਕਾਊਂਟ ਵਿੱਚ ਰੱਖ ਸਕਦਾ ਹੈ। ਜਿਵੇਂ ਕੋਈ ਜ਼ਮੀਨ ਕਿਸੇ ਦੇ ਨਾਮ ਹੋ ਜਾਂਦੀ ਹੈ, ਉਸੇ ਤਰ੍ਹਾਂ ਸ਼ੇਅਰ ਵੀ ਖਰੀਦਣ ਵਾਲੇ ਦੇ ਨਾਮ ਹੋ ਜਾਂਦਾ ਹੈ। ਤੀਜਾ, ਅਸੀਂ ਜਾਣਿਆ ਸੀ ਕਿ ਸ਼ੇਅਰ ਨੂੰ ਕਿੱਥੇ ਅਤੇ ਕਿਵੇਂ ਖਰੀਦ ਸਕਦੇ ਹਾਂ। ਇਸ ਦੇ ਲਈ ਸਾਨੂੰ ਬ੍ਰੋਕਰ ਦੇ ਕੋਲ ਡੀਮੈਟ ਅਤੇ ਟ੍ਰੇਡਿੰਗ ਅਕਾਊਂਟ ਖੁਲਵਾਉਣਾ ਪੈਂਦਾ ਹੈ। ਜੇਕਰ ਤੁਸੀਂ ਹਾਲੇ ਤੱਕ ਡੀਮੈਟ ਅਕਾਊਂਟ ਨਹੀਂ ਖੋਲ੍ਹਿਆ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਜ਼ੀਰੋਦਾ ਅਤੇ ਫਾਇਰਸ ਦੇ ਲਿੰਕ ਉੱਤੇ ਕਲਿੱਕ ਕਰਕੇ ਕੁਝ ਹੀ ਮਿੰਟਾਂ ਦੇ ਅੰਦਰ ਆਨਲਾਈਨ ਇਹ ਦੋਨੋਂ ਅਕਾਊਂਟ ਖੁਲਵਾ ਸਕਦੇ ਹੋ। ਦੋਸਤੋ, ਹੁਣ ਆਪਾਂ ਆਪਣੇ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ। 3 ਸਵਾਲਾਂ ਦੇ ਉੱਤਰ ਜਾਣਨ ਤੋਂ ਬਾਅਦ ਹੁਣ ਆਪਾਂ ਕੁਝ ਬਹੁਤ ਹੀ ਜ਼ਰੂਰੀ ਸਵਾਲਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਕੀ ਸ਼ੇਅਰ ਬਾਜ਼ਾਰ ਜੂਆ ਹੈ? ਆਖਿਰ ਸ਼ੇਅਰ ਬਾਜ਼ਾਰ ਵਿੱਚ ਕਿਸ ਨੂੰ ਅਤੇ ਕਿਉਂ ਇਨਵੈਸਟ ਕਰਨਾ ਚਾਹੀਦਾ ਹੈ? ਦੋਸਤੋ, ਤੁਹਾਡੀ ਜਾਣਕਾਰੀ ਵਿੱਚ ਇਹੋ ਜਿਹਾ ਕੋਈ ਮਿੱਤਰ, ਰਿਸ਼ਤੇਦਾਰ ਜਾਂ ਕੋਈ ਦੂਰ ਨੇੜੇ ਦਾ ਤੁਹਾਡਾ ਜਾਣਕਾਰ ਜ਼ਰੂਰ ਹੋਵੇਗਾ ਜਿਹਨੇ ਬਾਜ਼ਾਰ ਵਿੱਚ ਘਾਟਾ ਖਾਦਾ ਹੋਵੇਗਾ ਅਤੇ ਤੁਸੀਂ ਇਹ ਗੱਲ ਆਮ ਤੌਰ ਤੇ ਸੁਣੀ ਹੋਵੇਗੀ ਕਿ ਸ਼ੇਅਰ ਬਾਜ਼ਾਰ ਤਾਂ ਜੂਆ ਹੈ। ਪਰ ਅਸਲ ਵਿੱਚ ਸ਼ੇਅਰ ਬਾਜ਼ਾਰ ਕੋਈ ਜੂਆ ਨਹੀਂ ਹੈ, ਬਲਕਿ ਹੋਰ ਕਿਸੇ ਵਪਾਰ ਦੀ ਤਰ੍ਹਾਂ ਇੱਕ ਵਪਾਰ ਹੈ। ਇਸ ਨੂੰ ਜੂਆ ਸਾਡਾ ਲਾਲਚ ਬਣਾਉਂਦਾ ਹੈ, ਕਿਉਂਕਿ ਦੋਸਤੋ ਜ਼ਿਆਦਾਤਰ ਲੋਕ ਜੋ ਬਾਜ਼ਾਰ ਵਿੱਚ ਆਉਂਦੇ ਹਨ ਬਿਨਾਂ ਕਿਸੇ ਗਿਆਨ ਦੇ ਆਉਂਦੇ ਹਨ ਅਤੇ ਕਿਸੇ ਦੇ ਕਹਿਣ ਉੱਤੇ ਜਾਂ ਕਿਸੇ ਟੀਵੀ ਚੈਨਲ ਦੇ ਉੱਤੇ ਦੇਖ ਕੇ ਜਾਂ ਕਿਸੇ ਟਿਪ ਪ੍ਰੋਵਾਈਡਰ ਦੀਆਂ ਗੱਲਾਂ ਵਿੱਚ ਆ ਕੇ ਬਾਜ਼ਾਰ ਵਿੱਚ ਬਿਨਾਂ ਰਿਸਕ ਨੂੰ ਜਾਣੇ, ਬਿਨਾਂ ਰਿਸਕ ਨੂੰ ਸਮਝੇ ਪੈਸਾ ਲਗਾਉਂਦੇ ਹਨ ਅਤੇ ਬਾਜ਼ਾਰ ਨੂੰ ਕੋਈ ਪੈਸਾ ਛਾਪਣ ਵਾਲੀ ਮਸ਼ੀਨ ਸਮਝਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਅੱਜ ਕੱਲ YouTube, Twitter, Instagram ਆਦਿ ਉੱਤੇ ਦਿਖਾਏ ਜਾਂਦੇ ਨਕਲੀ ਪ੍ਰੋਫਿਟ ਨੂੰ ਦੇਖ ਕੇ ਲੋਕੀ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਬਿਨਾਂ ਸਿੱਖੇ ਜਾਂ ਬਿਨਾਂ ਇਸ ਵਿਸ਼ੇ ਦਾ ਗਿਆਨ ਲਏ ਬਾਜ਼ਾਰ ਵਿੱਚ ਆ ਜਾਂਦੇ ਹਨ, ਜਾਂ ਫਿਰ ਸਸਤੇ ਅਤੇ ਘਾਟੇ ਵਾਲੀਆਂ ਘਟੀਆਂ ਕੰਪਨੀਆਂ ਦੇ ਸ਼ੇਅਰ ਖਰੀਦ ਲੈਂਦੇ ਹਨ ਅਤੇ ਭਾਰੀ ਨੁਕਸਾਨ ਚੁੱਕਦੇ ਹਨ। ਫਿਰ ਉਹ ਲੋਕ ਸਾਰਿਆਂ ਨੂੰ ਦੱਸਦੇ ਹਨ ਕਿ ਬਾਜ਼ਾਰ ਤਾਂ ਜੂਆ ਹੈ, ਮੈਂ ਪੈਸੇ ਲਗਾਏ ਸੀ, ਮੇਰੇ ਤਾਂ ਪੈਸੇ ਡੁੱਬ ਗਏ। ਦੋਸਤੋ, ਇੱਕ ਮਜ਼ਦੂਰ ਵੀ ਸਾਰਾ ਦਿਨ ਸਰੀਰ ਤੋੜ ਕੇ ਕੰਮ ਕਰਦਾ ਹੈ ਤਾਂ ਉਸ ਨੂੰ ਸ਼ਾਮ ਨੂੰ 400 ਰੁਪਇਆ ਦਿਹਾੜੀ ਮਿਲਦੀ ਹੈ। ਪਰ ਸਟਾਕ ਮਾਰਕੀਟ ਵਿੱਚ ਲੋਕੀ ਰਾਤੋਂ ਰਾਤ ਲੱਖਪਤੀ ਅਤੇ ਕਰੋੜਪਤੀ ਬਣਨ ਦੀ ਚਾਹ ਲੈ ਕੇ ਆਉਂਦੇ ਹਨ। ਮਾਰਕੀਟ ਪ੍ਰਤੀ ਇਸ ਤਰ੍ਹਾਂ ਦਾ ਨਜ਼ਰੀਆ ਬਿਲਕੁਲ ਗਲਤ ਹੈ ਅਤੇ ਘਾਟਾ ਖਾਣ ਤੋਂ ਬਾਅਦ ਲੋਕ ਫਿਰ ਮਾਰਕੀਟ ਵਿੱਚ ਹੀ ਦੋਸ਼ ਕੱਢਦੇ ਹਨ। ਪਰ ਕੋਈ ਵੀ ਇਹ ਗੱਲ ਨਹੀਂ ਮੰਨਦਾ ਕਿ ਉਸ ਦੀ ਆਪਣੀ ਗਲਤੀ ਸੀ ਕਿ ਉਹ ਬਿਨਾਂ ਸਿੱਖੇ, ਬਿਨਾਂ ਗਿਆਨ ਹਾਸਿਲ ਕੀਤੇ ਮਾਰਕੀਟ ਵਿੱਚ ਗਿਆ ਸੀ। ਅਸੀਂ ਭਾਰਤੀ ਲੋਕ ਹਰ ਚੀਜ਼ ਫ੍ਰੀ ਜਾਂ ਜੁਗਾੜ ਵਾਲੀ ਲੱਭਦੇ ਹਾਂ ਅਤੇ ਸਿੱਖਣ ਉੱਤੇ ਪੈਸਾ ਨਹੀਂ ਖਰਚਦੇ, ਪਰ ਆਪਣੀ ਚਲਾਕੀ ਦੇ ਚੱਕਰ ਵਿੱਚ ਸਿੱਖਣ ਉੱਤੇ ਆਉਣ ਵਾਲੇ ਖਰਚੇ ਨਾਲੋਂ ਕਈ ਗੁਣਾ ਵੱਧ ਨੁਕਸਾਨ ਕਰ ਬੈਠਦੇ ਹਾਂ। ਦੋਸਤੋ, ਉਹ ਹਰ ਕੰਮ ਜਿਹੜਾ ਬਿਨਾਂ ਜਾਣਕਾਰੀ ਤੋਂ ਕੀਤਾ ਗਿਆ ਹੋਵੇ ਉਹ ਅਸਲ ਵਿੱਚ ਜੂਆ ਹੀ ਹੁੰਦਾ ਹੈ। ਜੇ ਕੋਈ ਵਿਅਕਤੀ ਜਿਸ ਨੂੰ ਕੋਈ ਵਾਹਨ ਚਲਾਉਣਾ ਨਹੀਂ ਆਉਂਦਾ ਉਹ ਸਵਾਰੀਆਂ ਨਾਲ ਭਰੀ ਹੋਈ ਬੱਸ ਲੈ ਕੇ ਤੁਰ ਪਵੇ, ਇਹ ਉਸਦੇ ਵਾਸਤੇ ਇੱਕ ਜੂਆ ਹੀ ਹੈ। ਕੋਈ ਅਣਜਾਣ ਜਿਸ ਨੂੰ ਗੈਸ ਸਿਲੰਡਰ ਚਲਾਉਣਾ ਨਹੀਂ ਆਉਂਦਾ ਉਹ ਬਿਨਾਂ ਜਾਣਕਾਰੀ ਤੋਂ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕਰੇ, ਹੋ ਸਕਦਾ ਹੈ ਕਿ ਉਸਦਾ ਇਹ ਕੰਮ ਅੱਗ ਲੱਗਣ ਦਾ ਕਾਰਨ ਹੀ ਬਣ ਜਾਵੇ। ਸਲਫਾਸ ਦੀਆਂ ਗੋਲੀਆਂ ਆਪਾਂ ਕਣਕ ਦੇ ਵਿੱਚ ਰੱਖ ਕੇ ਉਸ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਾਂ, ਪਰ ਉਹੀ ਗੋਲੀ ਜੇ ਕੋਈ ਖਾ ਲਵੇ ਤਾਂ ਉਸਦੀ ਮੌਤ ਹੋ ਸਕਦੀ ਹੈ। ਸੋ ਮੇਰੇ ਕਹਿਣ ਦਾ ਭਾਵ ਕਿ ਬਿਨਾਂ ਜਾਣਕਾਰੀ ਤੋਂ ਕੀਤਾ ਗਿਆ ਹਰ ਕੰਮ ਉਹ ਜੂਆ ਹੀ ਹੁੰਦਾ ਹੈ। ਦੋਸਤੋ, ਸ਼ੇਅਰ ਬਾਜ਼ਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿੱਥੋਂ ਤੁਸੀਂ ਜਿੰਨਾ ਚਾਹੋ ਮੁਨਾਫਾ ਕੱਢ ਸਕਦੇ ਹੋ ਅਤੇ ਬਰਬਾਦੀ ਦੀ ਹੱਦ ਤੱਕ ਗਵਾ ਵੀ ਸਕਦੇ ਹੋ। ਇਸ ਲਈ ਮਾਰਕੀਟ ਨੂੰ ਰਾਤੋਂ ਰਾਤ ਅਮੀਰ ਬਣਾ ਦੇਣ
ਵਾਲੀ ਬੂਟੀ ਨਾ ਸਮਝ ਕੇ ਇਸ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਦੇਖਦੇ ਹੋਏ ਅਤੇ ਸਹੀ ਮਾਈਂਡਸੈਟ ਨਾਲ ਹੀ ਮਾਰਕੀਟ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਦੋਸਤੋ, ਆਪਾਂ ਆਮ ਤੌਰ ਤੇ ਸਾਰੇ ਜਾਣੇ ਇਹ ਗੱਲ ਦੇਖਦੇ ਕਰਦੇ ਅਤੇ ਸੁਣਦੇ ਹਾਂ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ, ਪਰ ਆਪਾਂ ਕਦੇ ਸੋਚਿਆ ਕਿ ਅਜਿਹਾ ਹੈ ਕਿਉਂ? ਦੋਸਤੋ, ਕਿਉਂਕਿ ਅਮੀਰ ਲੋਕ ਆਪਣੇ ਪੈਸੇ ਨੂੰ ਵੱਖ-ਵੱਖ ਥਾਵਾਂ ਤੇ ਇਨਵੈਸਟ ਕਰਦੇ ਹਨ, ਨਿਵੇਸ਼ ਕਰਦੇ ਹਨ, ਜਿਸ ਕਾਰਨ ਉਹਨਾਂ ਦਾ ਪੈਸਾ ਉਹਨਾਂ ਦੇ ਸੁੱਤਿਆਂ ਪਿਆ ਵੀ ਵਾਧਾ ਰਹਿੰਦਾ ਹੈ। ਉਹ ਇੱਕ ਕੰਮ ਦੇ ਉੱਤੇ ਨਿਰਭਰ ਨਾ ਰਹਿ ਕੇ ਆਪਣੀ ਆਮਦਨੀ ਦੇ ਕਈ ਵੱਖ-ਵੱਖ ਸਾਧਨ ਬਣਾ ਲੈਂਦੇ ਹਨ, ਜਦ ਕਿ ਮੱਧ ਵਰਗੀ ਲੋਕ ਇਨਵੈਸਟਮੈਂਟ ਦੀ ਸਹੀ ਜਾਣਕਾਰੀ ਨਾ ਹੋਣ ਦੇ ਚੱਲਦਿਆਂ ਆਪਣਾ ਪੈਸਾ ਸੇਵਿੰਗ ਅਕਾਊਂਟ ਵਿੱਚ ਰੱਖਦੇ ਹਨ ਜਾਂ ਵੱਧ ਤੋਂ ਵੱਧ FD ਕਰਵਾ ਲੈਂਦੇ ਹਨ, ਜਿਸ ਨੂੰ ਆਪਾਂ ਫਿਕਸਡ ਡਿਪੋਜ਼ਿਟ ਕਹਿੰਦੇ ਹਾਂ, ਜੋ ਕਿ ਅਸਲ ਦੇ ਵਿੱਚ ਘਾਟੇ ਦਾ ਸੌਦਾ ਹੈ। ਆਓ ਇਸ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ। ਦੋਸਤੋ, ਮੰਨ ਲਓ ਜਨਵਰੀ 2012 ਵਿੱਚ 3 ਦੋਸਤਾਂ ਨੇ ਮਿਹਨਤ ਕਰਕੇ 1-1 ਲੱਖ ਰੁਪਏ ਜਮ੍ਹਾਂ ਕੀਤੇ। ਇੱਕ ਨੇ ਆਪਣਾ 1 ਲੱਖ ਰੁਪਇਆ ਸੇਵਿੰਗ ਅਕਾਊਂਟ ਵਿੱਚ ਜਮ੍ਹਾਂ ਕਰਵਾ ਦਿੱਤਾ, ਜਿੱਥੇ ਕਿ ਉਸ ਨੂੰ 3% ਸਾਲਾਨਾ ਦੀ ਦਰ ਨਾਲ ਸਿੰਪਲ ਇੰਟਰਸਟ ਮਿਲਿਆ। ਦੂਜੇ ਨੇ ਆਪਣਾ 1 ਲੱਖ ਰੁਪਇਆ ਫਿਕਸਡ ਡਿਪੋਜ਼ਿਟ ਕਰਵਾ ਦਿੱਤਾ, ਜਿੱਥੇ ਉਸ ਨੂੰ 6.5% CAGR ਦੀ ਦਰ ਦੇ ਨਾਲ ਰਿਟਰਨ ਮਿਲੇ। ਅਤੇ ਤੀਸਰੇ ਨੇ ਏਸ਼ੀਅਨ ਪੇਂਟ ਨਾਮ ਦੀ ਕੰਪਨੀ ਦੇ ਸ਼ੇਅਰ ਖਰੀਦ ਲਏ ਅਤੇ ਏਸ਼ੀਅਨ ਪੇਂਟ ਨੇ ਪਿਛਲੇ 10 ਸਾਲਾਂ ਦੇ ਵਿੱਚ 20% CAGR ਦੀ ਦਰ ਨਾਲ ਰਿਟਰਨ ਦਿੱਤੇ ਹਨ। ਦੋਸਤੋ, ਕਿਸੇ ਵੀ ਇਨਵੈਸਟਮੈਂਟ ਦੇ ਉੱਤੇ ਦੋ ਤਰ੍ਹਾਂ ਦਾ ਇੰਟਰਸਟ ਮਿਲਦਾ ਹੈ, ਇੱਕ ਸਿੰਪਲ ਇੰਟਰਸਟ ਅਤੇ ਦੂਸਰਾ ਕੰਪਾਊਂਡ ਇੰਟਰਸਟ। ਦੋਸਤੋ, CAGR ਦਾ ਮਤਲਬ ਹੁੰਦਾ ਹੈ ਕੰਪਾਊਂਡ ਜਾਂ ਕੰਪਾਊਂਡਡ ਐਨੂਅਲ ਗਰੋਥ ਰੇਟ। ਦੋਸਤੋ, ਇਸ ਨੂੰ ਆਸਾਨ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਸਮਝੋ ਕਿ ਪਹਿਲੇ ਸਾਲ ਬਾਅਦ ਜੋ ਤੁਹਾਨੂੰ ਵਿਆਜ ਮਿਲੇਗਾ, ਅਗਲੇ ਸਾਲ ਉਸ ਵਿਆਜ ਨੂੰ ਵੀ ਪ੍ਰਿੰਸੀਪਲ ਅਮਾਉਂਟ ਭਾਵ ਮੂਲਧਨ ਦੇ ਵਿੱਚ ਜੋੜ ਦਿੱਤਾ ਜਾਵੇਗਾ ਅਤੇ ਅਗਲੇ ਸਾਲ ਉਸ ਵਿਆਜ ਦੇ ਉੱਤੇ ਵੀ ਵਿਆਜ ਮਿਲੇਗਾ। ਦੋਸਤੋ, ਜਿਸ ਤਰ੍ਹਾਂ ਆਪਾਂ ਸਕੂਲ ਦੇ ਵਿੱਚ ਮੂਲਧਨ 100 ਮੰਨਦੇ ਸੀ, ਉਸੇ ਤਰ੍ਹਾਂ ਇੱਥੇ ਵੀ ਅਸੀਂ ਮੂਲਧਨ 100 ਮੰਨ ਲੈਂਦੇ ਹਾਂ ਅਤੇ ਇਹ ਵੀ ਮੰਨ ਲੈਂਦੇ ਹਾਂ ਕਿ ਇਸ ਦੇ ਉੱਤੇ 10% CAGR ਦਾ ਰਿਟਰਨ ਮਿਲੇਗਾ। ਸੋ ਇਸ ਤਰ੍ਹਾਂ 1 ਸਾਲ ਬਾਅਦ 100 ਰੁਪਇਆ ਮੂਲਧਨ ਅਤੇ ਉਸ ਦੇ ਉੱਤੇ 10% ਕੰਪਾਊਂਡ ਇੰਟਰਸਟ ਲੱਗਣ ਤੋਂ ਬਾਅਦ 110 ਰੁਪਏ ਬਣ ਜਾਵੇਗਾ। ਹੁਣ ਜਦ ਅਗਲੇ ਸਾਲ 10% ਵਿਆਜ ਮਿਲੇਗਾ, ਉਹ 100 ਰੁਪਏ ਉੱਤੇ ਨਹੀਂ ਬਲਕਿ 110 ਰੁਪਏ ਦੇ ਉੱਤੇ ਮਿਲੇਗਾ, ਕਿਉਂਕਿ ਵਿਆਜ ਵੀ ਮੂਲਧਨ ਵਿੱਚ ਜਮ੍ਹਾਂ ਹੋ ਕੇ ਨਵਾਂ ਮੂਲਧਨ 110 ਰੁਪਏ ਬਣ ਜਾਵੇਗਾ। ਇਸ ਦਾ ਮਤਲਬ ਕਿ ਅਗਲੇ ਸਾਲ 11 ਰੁਪਏ ਵਿਆਜ ਮਿਲੇਗਾ। ਉਸ ਤੋਂ ਅਗਲੇ ਸਾਲ 121 ਰੁਪਏ ਦੇ ਉੱਤੇ 10% CAGR ਮਿਲੇਗਾ। ਇਸੇ ਤਰ੍ਹਾਂ ਉਸ ਤੋਂ ਅਗਲੇ ਸਾਲ ਮੂਲਧਨ 142 ਹੋ ਜਾਵੇਗਾ ਅਤੇ 142 ਰੁਪਏ ਦੇ ਉੱਤੇ ਕੰਪਾਊਂਡ ਇੰਟਰਸਟ ਮਿਲੇਗਾ, ਜਦਕਿ ਸਿੰਪਲ ਇੰਟਰਸਟ ਵਿੱਚ ਹਰ ਸਾਲ ਮੂਲਧਨ 100 ਹੀ ਰਹੇਗਾ ਅਤੇ ਉਸ ਦੇ ਉੱਤੇ ਹੀ ਵਿਆਜ ਲੱਗੇਗਾ। ਵਿਆਜ ਨੂੰ ਮੂਲਧਨ ਵਿੱਚ ਜੋੜਿਆ ਨਹੀਂ ਜਾਵੇਗਾ। ਹੁਣ ਆਪਾਂ 3 ਦੋਸਤਾਂ ਵਾਲੀ ਉਦਾਹਰਣ ਤੇ ਵਾਪਸ ਆਉਂਦੇ ਹਾਂ। ਜਿਹੜੇ ਦੋਸਤ ਨੇ ਬੈਂਕ ਵਿੱਚ 1 ਲੱਖ ਰੁਪਇਆ ਜਮ੍ਹਾਂ ਕਰਵਾਏ ਸੀ, ਉਸ ਨੂੰ ਹਰ ਸਾਲ 3% ਦੇ ਸਿੰਪਲ ਇੰਟਰਸਟ ਦੇ ਹਿਸਾਬ ਦੇ ਨਾਲ 30,000 ਰੁਪਏ ਵਿਆਜ ਮਿਲਿਆ। ਇਸ ਤਰ੍ਹਾਂ ਜਨਵਰੀ 2023 ਤੱਕ ਉਸ ਨੂੰ ਕੁੱਲ 30,000 ਰੁਪਏ ਦਾ ਮੁਨਾਫਾ ਵਿਆਜ ਦੇ ਰੂਪ ਵਿੱਚ ਮਿਲਿਆ। ਇਸ ਲਈ 10 ਸਾਲ ਦੇ ਬਾਅਦ ਉਸ ਦੀ ਕੁੱਲ ਰਾਸ਼ੀ 1,30,000 ਬਣ ਗਈ। ਦੂਜਾ ਦੋਸਤ ਜਿਸਨੇ ਕਿ 6.5% ਦੀ ਦਰ ਦੇ ਨਾਲ FD ਕਰਵਾਈ ਸੀ, ਉਸ ਨੂੰ ਲਗਭਗ 91,000 ਰੁਪਏ ਦਾ ਮੁਨਾਫਾ ਹੋਇਆ ਅਤੇ ਉਸ ਦੀ ਕੁੱਲ ਰਾਸ਼ੀ 1,91,000 ਦੇ ਕਰੀਬ ਬਣ ਗਈ। ਪਹਿਲੇ ਦੋਸਤ ਨਾਲੋਂ ਵਿਆਜ ਦਰ ਵੱਧ ਹੋਣ ਕਰਕੇ ਅਤੇ ਕੰਪਾਊਂਡ ਇੰਟਰਸਟ ਮਿਲਣ ਦੇ ਕਰਕੇ FD ਵਾਲੇ ਦੋਸਤ ਨੂੰ ਵੱਧ ਮੁਨਾਫਾ ਹੋਇਆ। ਹੁਣ ਤੀਜਾ ਦੋਸਤ ਜਿਸਨੇ ਏਸ਼ੀਅਨ ਪੇਂਟ ਦੇ ਸ਼ੇਅਰ ਖਰੀਦੇ ਸੀ, ਉਸ ਨੂੰ 5,19,000 ਦੇ ਕਰੀਬ ਮੁਨਾਫਾ ਹੋਇਆ, ਕਿਉਂਕਿ ਪਿਛਲੇ 10 ਸਾਲ ਵਿੱਚ ਕੰਪਨੀ ਦੇ ਸਟਾਕ ਪ੍ਰਾਈਸ ਨੇ 20% CAGR ਦੇ ਰਿਟਰਨ ਦਿੱਤੇ, ਜਿਸ ਦੇ ਚੱਲਦਿਆਂ ਉਸ ਦੀ ਕੁੱਲ ਰਾਸ਼ੀ 6,19,000 ਦੇ ਕਰੀਬ ਹੋ ਗਈ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਇੱਕੋ ਸਮੇਂ 3 ਵੱਖ-ਵੱਖ ਪਾਸੇ ਲਗਾਈ ਇੱਕੋ ਜਿਹੀ ਰਾਸ਼ੀ ਨਾਲ ਤਿੰਨਾਂ ਦੇ ਮੁਨਾਫੇ ਦੇ ਵਿੱਚ ਕਿੰਨਾ ਵੱਡਾ ਅੰਤਰ ਆ ਗਿਆ। ਪਹਿਲੇ ਦਾ 1 ਲੱਖ 1,30,000 ਬਣ ਗਿਆ, ਦੂਜੇ ਦਾ 1 ਲੱਖ 1,91,000 ਦੇ ਕਰੀਬ ਬਣ ਗਿਆ ਅਤੇ ਤੀਜੇ ਦਾ 1 ਲੱਖ ਰੁਪਈਆ 6,19,000 ਦੇ ਕਰੀਬ ਬਣ ਗਿਆ। ਦੋਸਤੋ, ਕੰਪਾਊਂਡਿੰਗ ਇੱਕ ਤਰ੍ਹਾਂ ਦਾ ਜਾਦੂ ਹੈ। ਜਿੰਨਾ ਲੰਮਾ ਸਮਾਂ ਕਿਸੇ ਵਧੀਆ ਕੰਪਨੀ ਵਿੱਚ ਇਨਵੈਸਟਮੈਂਟ ਕੀਤੀ ਜਾਵੇਗੀ, ਉਨਾ ਹੀ ਵਧੀਆ ਅਤੇ ਵੱਡਾ ਮੁਨਾਫਾ ਹੋਣ ਦੇ ਆਸਾਰ ਵੱਧ ਜਾਂਦੇ ਹਨ। ਦੋਸਤੋ, ਜੇ ਤਿੰਨੇ ਲੋਕ 10 ਸਾਲ ਦੀ ਜਗ੍ਹਾ ਕੁੱਲ 20 ਸਾਲ ਇਸ ਪ੍ਰਕਿਰਿਆ ਨੂੰ ਜਾਰੀ ਰੱਖਦੇ ਤਾਂ ਤੁਸੀਂ ਦੇਖੋਗੇ ਕਿ ਜਿਸਨੇ ਸਟਾਕ ਵਿੱਚ ਇਨਵੈਸਟ ਕੀਤਾ ਸੀ, ਉਸ ਦਾ ਮੁਨਾਫਾ ਕਿੰਨੀ ਤੇਜ਼ੀ ਨਾਲ ਵਧਿਆ ਅਤੇ ਤਿੰਨਾਂ ਦੇ ਮੁਨਾਫੇ ਵਿੱਚ ਕਿੰਨਾ ਜ਼ਿਆਦਾ ਅੰਤਰ ਆ ਗਿਆ। ਦੋਸਤੋ, 20 ਸਾਲ ਬਾਅਦ ਪਹਿਲੇ ਦੀ ਕੁੱਲ ਰਾਸ਼ੀ 1,60,000 ਹੋ ਜਾਵੇਗੀ, ਦੂਜੇ ਦੀ ਕੁੱਲ ਰਾਸ਼ੀ 3,63,000 ਦੇ ਕਰੀਬ ਹੋ ਜਾਵੇਗੀ ਅਤੇ ਜੇ ਏਸ਼ੀਅਨ ਪੇਂਟ ਅਗਲੇ 10 ਸਾਲ ਵਿੱਚ ਵੀ 20% ਦੇ ਰਿਟਰਨ ਦੇਣ ਵਿੱਚ ਸਫਲ ਰਿਹਾ ਤਾਂ ਤੀਸਰੇ ਮਿੱਤਰ ਦੀ ਕੁੱਲ ਰਾਸ਼ੀ 38,33,000 ਦੇ ਕਰੀਬ ਹੋ ਜਾਵੇਗੀ। ਦੋਸਤੋ, ਕੰਪਾਊਂਡਿੰਗ ਦੇ ਕਾਰਨ ਹੀ ਤੀਸਰੇ ਦੋਸਤ ਦੇ ਮੁਨਾਫੇ ਵਿੱਚ ਇੰਨਾ ਵੱਡਾ ਅੰਤਰ ਆ ਗਿਆ। ਦੋਸਤੋ, ਸੇਵਿੰਗ ਅਕਾਊਂਟ ਵਿੱਚ ਪੈਸਾ ਰੱਖਣਾ ਅਤੇ FD ਕਰਵਾਉਣੀ ਅਸਲ ਵਿੱਚ ਘਾਟੇ ਦਾ ਸੌਦਾ ਹੈ। ਇਸ ਨਾਲ ਸਾਡੇ ਪੈਸੇ ਵਿੱਚ ਵਾਧਾ ਨਹੀਂ ਹੁੰਦਾ ਬਲਕਿ ਸਾਡਾ ਪੈਸਾ ਘਟਦਾ ਹੈ। ਇਸ ਦਾ ਕਾਰਨ ਹੈ ਇਨਫਲੇਸ਼ਨ, ਮਹਿੰਗਾਈ। ਦੋਸਤੋ, 1961 ਤੋਂ ਲੈ ਕੇ 2022 ਦੇ ਵਿੱਚ ਭਾਰਤ ਦੀ ਔਸਤ
ਮਹਿੰਗਾਈ ਦੀ ਦਰ 7.5% ਰਹੀ ਹੈ ਅਤੇ ਧਿਆਨ ਦੇਣ ਜੋ ਗੱਲ ਇਹ ਹੈ ਕਿ ਇਹ ਮਹਿੰਗਾਈ ਦੀ ਦਰ ਵੀ ਕੰਪਾਊਂਡ ਰੇਟ ਨਾਲ ਵਧਦੀ ਹੈ ਦੋਸਤੋ, ਕਿਉਂਕਿ ਮਹਿੰਗਾਈ ਵੀ 7.5% ਦੀ CAGR ਦੇ ਨਾਲ ਵਧ ਰਹੀ ਹੈ। ਇਸ ਕਰਕੇ ਜੇ ਕੋਈ ਵਸਤੂ ਅੱਜ 100 ਰੁਪਏ ਦੀ ਹੈ ਤਾਂ ਅਗਲੇ 10 ਸਾਲ ਬਾਅਦ ਉਸੇ ਵਸਤੂ ਨੂੰ ਖਰੀਦਣ ਦੇ ਲਈ ਤੁਹਾਨੂੰ 206 ਰੁਪਏ ਦੀ ਲੋੜ ਪਵੇਗੀ। ਹੁਣ ਜਿਸ ਆਦਮੀ ਨੇ 10 ਸਾਲ ਪਹਿਲਾਂ 1 ਲੱਖ ਰੁਪਇਆ ਸੇਵਿੰਗ ਅਕਾਊਂਟ ਵਿੱਚ ਰੱਖਿਆ ਸੀ, ਉਸ ਨੂੰ ਜਿਹੜੀ ਚੀਜ਼ ਅੱਜ ਤੋਂ 10 ਸਾਲ ਪਹਿਲਾਂ 1 ਲੱਖ ਰੁਪਏ ਦੀ ਮਿਲਦੀ ਸੀ, ਉਸੇ ਲਈ ਅੱਜ ਉਸ ਨੂੰ 2,06,000 ਰੁਪਏ ਦੇ ਕਰੀਬ ਦੀ ਲੋੜ ਪਵੇਗੀ, ਜਦ ਕਿ 3% ਦੇ ਸਿੰਪਲ ਇੰਟਰਸਟ ਦੇ ਹਿਸਾਬ ਦੇ ਨਾਲ ਉਸ ਕੋਲ ਕੁੱਲ 1,30,000 ਰੁਪਏ ਹਨ। ਇਸ ਦਾ ਮਤਲਬ ਕਿ ਹੁਣ ਉਸ ਨੂੰ 76,000 ਦੇ ਕਰੀਬ ਰੁਪਏ ਕੋਲੋਂ ਦੇਣੇ ਪੈਣਗੇ। ਇਸ ਤਰੀਕੇ ਨਾਲ ਅਸਲ ਵਿੱਚ ਦੇਖਿਆ ਜਾਵੇ ਤਾਂ ਉਹ 76,000 ਰੁਪਇਆ ਘਾਟੇ ਵਿੱਚ ਹੈ, ਕਿਉਂਕਿ ਮਹਿੰਗਾਈ ਦੀ ਦਰ ਉਸ ਦੇ ਵਿਆਜ ਦੀ ਦਰ ਨਾਲੋਂ ਕਿਤੇ ਜ਼ਿਆਦਾ ਸੀ। ਇਸ ਤਰ੍ਹਾਂ ਦੂਜੇ FD ਕਰਵਾਉਣ ਵਾਲੇ ਦੋਸਤ ਨੂੰ ਵੀ ਅੱਜ ਲਗਭਗ 16,000 ਰੁਪਏ ਕੋਲੋਂ ਦੇਣੇ ਪੈਣਗੇ, ਕਿਉਂਕਿ ਮਹਿੰਗਾਈ ਦੀ ਦਰ ਉਸ ਦੀ ਰਿਟਰਨ ਦੇ ਨਾਲੋਂ 1% ਵੱਧ ਹੈ। ਉਸ ਦੀ FD ਨੇ ਉਸ ਨੂੰ 6.5% ਦੇ ਰਿਟਰਨ ਦਿੱਤੇ ਹਨ, ਜਦ ਕਿ ਮਹਿੰਗਾਈ ਦੀ ਦਰ 7.5% ਹੈ। ਇਸ ਤਰ੍ਹਾਂ ਸੇਵਿੰਗ ਅਕਾਊਂਟ ਵਿੱਚ ਰੱਖੇ ਹੋਏ ਪੈਸਿਆਂ ਦੀ ਕੀਮਤ ਹਰ ਦਿਨ ਘਟਦੀ ਹੈ, ਨਾ ਕਿ ਵੱਧਦੀ ਹੈ। ਇਸ ਲਈ ਪੈਸਾ ਸੇਵਿੰਗ ਅਕਾਊਂਟ ਵਿੱਚ ਰੱਖਣਾ ਜਾਂ FD ਕਰਵਾਉਣਾ ਦੋਨੋਂ ਹੀ ਘਾਟੇ ਦਾ ਸੌਦਾ ਹਨ। ਹੁਣ ਤੱਕ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਗਰੀਬ ਹੋਰ ਗਰੀਬ ਕਿਉਂ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਕਿਉਂ ਹੋ ਰਿਹਾ ਹੈ। ਦੋਸਤੋ, ਕਾਫੀ ਦੇਰ ਪਹਿਲਾਂ ਇੱਕ ਫਿਲਮ ਆਈ ਸੀ ਜਿਸ ਦਾ ਨਾਮ ਸੀ ਪੀਪਲੀ ਲਾਈਵ। ਮੈਨੂੰ ਉਸ ਦਾ ਇੱਕ ਗਾਣਾ ਯਾਦ ਆ ਗਿਆ ਕਿ ਸਖੀ ਸਈਆਂ ਤੋਂ ਖੂਬ ਹੀ ਕਮਾਤ ਹੈ, ਮਹਿੰਗਾਈ ਡਾਇਨ ਖਾਏ ਜਾਤ ਹੈ। ਇਸੇ ਕਾਰਨ ਮੱਧ ਵਰਗੀ ਪਰਿਵਾਰ ਦਾ ਹਮੇਸ਼ਾ ਦਾਲ ਫੁਲਕਾ ਹੀ ਚੱਲਦਾ ਹੈ ਅਤੇ ਉਹ ਸਾਰੀ ਉਮਰ ਸਮਝ ਵੀ ਨਹੀਂ ਪਾਉਂਦਾ ਕਿ ਆਖਰ ਚੰਗੀ ਕਮਾਈ ਕਰਨ ਦੇ ਬਾਅਦ ਵੀ ਉਹ ਉੱਥੇ ਦਾ ਉੱਥੇ ਹੀ ਕਿਉਂ ਰਹਿ ਜਾਂਦਾ ਹੈ। ਪਰ ਤੁਸੀਂ ਹੁਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਲੋਕੀ ਇਨਵੈਸਟ ਕਰਨ ਵਿੱਚ ਰਿਸਕ ਮਹਿਸੂਸ ਕਰਦੇ ਹਨ, ਪਰ ਸਭ ਤੋਂ ਵੱਡਾ ਰਿਸਕ ਤਾਂ ਨਾ ਇਨਵੈਸਟ ਕਰਨ ਵਿੱਚ ਹੈ, ਜਿਸ ਨੂੰ ਉਹ ਕਦੇ ਮਹਿਸੂਸ ਵੀ ਨਹੀਂ ਕਰ ਪਾਉਂਦੇ। ਦੋਸਤੋ, ਸ਼ੇਅਰ ਬਾਜ਼ਾਰ ਵਿੱਚ ਮੌਜੂਦ ਕੰਪਨੀਆਂ ਕੁਝ ਹੋਰ ਨਹੀਂ ਬਲਕਿ ਸਾਡੇ ਆਸੇ-ਪਾਸੇ ਚੱਲ ਰਹੇ ਬਿਜ਼ਨਸ ਹੀ ਤਾਂ ਹਨ। ਦੋਸਤੋ, ਏਸ਼ੀਅਨ ਪੇਂਟਸ ਪੇਂਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ, ਜਿਸ ਦੀ ਮਾਰਕੀਟ ਕੈਪ 2,69,976 ਕਰੋੜ ਹੈ। ਦੋਸਤੋ, ਹਰ ਕੋਈ ਇੰਨੀ ਵੱਡੀ ਕੰਪਨੀ ਨਹੀਂ ਖੜਾ ਕਰ ਸਕਦਾ, ਪਰ ਕਿਸੇ ਵੀ ਵਧੀਆ ਪ੍ਰਫੁੱਲਿਤ ਹੋ ਰਹੇ ਬਿਜ਼ਨਸ ਵਾਲੀ ਕੰਪਨੀ ਦੇ ਵਿੱਚ ਆਪਣੀ ਸਮਰੱਥਾ ਦੇ ਅਨੁਸਾਰ ਸ਼ੇਅਰ ਖਰੀਦ ਕੇ ਉਸ ਤਰੱਕੀ ਕਰ ਰਹੇ ਵਪਾਰ ਵਿੱਚ ਪੈਸਾ ਲਗਾ ਕੇ ਮੁਨਾਫਾ ਤਾਂ ਕਮਾ ਹੀ ਸਕਦਾ ਹੈ। ਸਟਾਕ ਮਾਰਕੀਟ ਇਨਵੈਸਟਮੈਂਟ ਇੱਕ ਇਹੋ ਜਿਹਾ ਬਿਜ਼ਨਸ ਹੈ ਜਿੱਥੇ ਇਨਵੈਸਟ ਕਰਨ ਵਾਲੇ ਨੂੰ ਖੁਦ ਕੋਈ ਬਿਜ਼ਨਸ ਨੂੰ ਚਲਾਉਣ ਦੀ ਸਿਰਦਰਦੀ ਨਹੀਂ ਲੈਣੀ ਪੈਂਦੀ। ਉਸ ਦਾ ਕੰਮ ਤਾਂ ਕੇਵਲ ਚੰਗੀ ਕੰਪਨੀ ਲੱਭ ਕੇ ਅਤੇ ਕੰਪਨੀ ਦੇ ਵਿੱਚ ਇਨਵੈਸਟ ਕਰਕੇ ਸਬਰ ਦੇ ਨਾਲ ਬੈਠੇ ਰਹਿਣ ਦੀ ਹੈ। ਇਸ ਲਈ ਜਦ ਵੀ ਕਿਸੇ ਵਧੀਆ ਕੰਪਨੀ ਦੇ ਵਿੱਚ ਇਨਵੈਸਟ ਕਰਨ ਦੀ ਸੋਚੋ ਤਾਂ ਘੱਟੋ ਘੱਟ 5 ਤੋਂ 10 ਸਾਲ ਦਾ ਨਜ਼ਰੀਆ ਤਾਂ ਲੈ ਕੇ ਹੀ ਚੱਲੋ। ਛੋਟੇ ਸਮੇਂ ਵਿੱਚ ਤੁਹਾਡੀ ਇਨਵੈਸਟਮੈਂਟ ਹੋ ਸਕਦਾ ਹੈ ਨੈਗੇਟਿਵ ਰਿਟਰਨ ਵੀ ਦਿਖਾਵੇ, ਪਰ ਲੰਬੇ ਸਮੇਂ ਵਿੱਚ ਵੱਡਾ ਮੁਨਾਫਾ ਹੋਣ ਦੀ ਸੰਭਾਵਨਾ ਕਈ ਗੁਣਾ ਹੁੰਦੀ ਹੈ। ਹੁਣ ਮੈਂ ਤੁਹਾਨੂੰ ਕੁਝ ਅਜਿਹੀਆਂ ਕੰਪਨੀਆਂ ਦੇ ਪਿਛਲੇ 10 ਸਾਲ ਦੇ ਰਿਟਰਨ ਦਿਖਾਉਂਦਾ ਹਾਂ ਜਿਨ੍ਹਾਂ ਦਾ ਤੁਸੀਂ ਕਦੇ ਨਾ ਕਦੇ ਕੋਈ ਪ੍ਰੋਡਕਟ ਦਾ ਇਸਤੇਮਾਲ ਕੀਤਾ ਹੀ ਹੋਵੇਗਾ ਜਾਂ ਇਹਨਾਂ ਪ੍ਰੋਡਕਟਸ ਬਾਰੇ ਜ਼ਰੂਰ ਸੁਣਿਆ ਹੋਵੇਗਾ। ਦੋਸਤੋ, ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣੇ ਮੈਗੀ ਖਾਣ ਦੇ ਬਹੁਤ ਸ਼ੌਕੀਨ ਹੋਣਗੇ ਅਤੇ ਕੌਫੀ ਪੀਣ ਦੇ ਵੀ ਸ਼ੌਕੀਨ ਹੋਣਗੇ। ਦੋਸਤੋ, ਮੈਗੀ, ਨੈਸਕੈਫੇ ਕੌਫੀ, ਮਿਲਕੀ ਬਾਰ ਅਤੇ ਕਿਟਕੈਟ ਵਰਗੇ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਦਾ ਨਾਮ ਨੈਸਲੇ ਹੈ, ਜਿਸ ਦੇ ਸ਼ੇਅਰ ਨੇ ਪਿਛਲੇ 10 ਸਾਲਾਂ ਵਿੱਚ 15% CAGR ਦੇ ਰਿਟਰਨ ਦਿੱਤੇ ਹਨ। ਦੋਸਤੋ, ਆਪਾਂ ਸਾਰਿਆਂ ਨੇ ਕਦੇ ਨਾ ਕਦੇ ਫੈਵੀਕਵਿਕ ਦਾ ਵੀ ਜ਼ਰੂਰ ਇਸਤੇਮਾਲ ਕੀਤਾ ਹੋਵੇਗਾ। ਦੋਸਤੋ, ਫੈਵੀਕੋਲ ਅਤੇ ਫੈਵੀਕਵਿਕ ਜਿਹੇ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਦਾ ਨਾਮ ਪੀਡੀਲਾਈਟ ਇੰਡਸਟਰੀਜ਼ ਹੈ। ਇਸ ਕੰਪਨੀ ਦੇ ਸਟਾਕ ਨੇ ਪਿਛਲੇ 10 ਸਾਲਾਂ ਦੇ ਵਿੱਚ 27% ਦੇ CAGR ਦੇ ਨਾਲ ਰਿਟਰਨ ਦਿੱਤੇ ਹਨ। ਬਰੂਕ ਬੌਂਡ, ਤਾਜ ਮਹਿਲ, ਬਰੂ ਕਾਫੀ, ਕਲੀਨਿਕ ਆਲ ਕਲੀਅਰ ਸ਼ੈਂਪੂ, ਕਲੀਨਿਕ ਪਲੱਸ ਸ਼ੈਂਪੂ, ਕਲੋਜ਼ ਅਪ, ਕੋਰਨੇਟੋ, ਡੋਮੈਕਸ ਟਾਇਲਟ ਕਲੀਨਰ, ਡਵ ਸਾਬਣ, ਫੇਅਰ ਐਂਡ ਲਵਲੀ, ਹਾਰਲਿਕਸ, ਕਿਸਾਨ ਕੈਚਅਪ, ਨੌਰਸੂ, ਕੁਆਲਿਟੀ ਵਾਲਸ ਆਈਸਕ੍ਰੀਮ, ਲਕਸ ਸਾਬਣ ਅਤੇ ਸ਼ੈਂਪੂ, ਲੈਕਮੇ ਕਰੀਮ, ਲਾਈਫ ਬॉय ਸਾਬਣ, ਲਿਪਟਨ ਗ੍ਰੀਨ ਟੀ, ਪੀਅਰਸ ਸਾਬਣ, ਪੌਂਡਸ ਫੇਸ ਪਾਊਡਰ, ਰੈਕਸੋਨਾ ਸਾਬਣ, ਰਿਨ ਸਰਫ, ਸਨਸਿਲਕ ਸ਼ੈਂਪੂ, ਸਰਫ ਐਕਸਲ, ਟ੍ਰੈਸੇਮੇ ਸ਼ੈਂਪੂ, ਵੀ ਵਾਸ਼, ਵੈਸਲੀਨ ਅਤੇ ਵਿਮ। ਇਹਨਾਂ ਪ੍ਰੋਡਕਟਾਂ ਦੇ ਵਿੱਚੋਂ ਤੁਸੀਂ ਬਹੁਤ ਸਾਰੇ ਪ੍ਰੋਡਕਟ ਕਦੇ ਨਾ ਕਦੇ ਜ਼ਰੂਰ ਵਰਤੇ ਹੀ ਹੋਣਗੇ। ਦੋਸਤੋ, ਇਹ ਸਾਰੇ ਹਿੰਦੁਸਤਾਨ ਯੂਨੀਲੀਵਰ ਨਾਮ ਦੀ ਕੰਪਨੀ ਦੇ ਪ੍ਰੋਡਕਟ ਹਨ, ਜਿਸ ਦੇ ਸ਼ੇਅਰ ਨੇ ਪਿਛਲੇ 10 ਸਾਲਾਂ ਦੇ ਵਿੱਚ 18% CAGR ਦੇ ਰਿਟਰਨ ਦਿੱਤੇ ਹਨ। ਇਸੇ ਤਰ੍ਹਾਂ ਸਫੋਲਾ ਰਿਫਾਈਨਡ ਆਇਲ, ਸੈਟਵੇਟ ਹੇਅਰ ਜੈਲ ਅਤੇ ਪਰਫਿਊਮਸ, ਲਿਵੋਨ ਹੇਅਰ ਅਤੇ ਸਕਿਨ ਪ੍ਰੋਡਕਟਸ, ਪੈਰਾਸ਼ੂਟ ਕੋਕੋਨਟ ਆਇਲ ਅਤੇ ਨਿਹਾਰ ਸ਼ਾਂਤੀ ਆਮਲਾ ਜਿਹੇ ਤੇਲ ਬਣਾਉਣ ਵਾਲੀ ਕੰਪਨੀ ਮੈਰੀਕੋ ਨੇ ਪਿਛਲੇ 10 ਸਾਲਾਂ ਦੇ ਵਿੱਚ 17% ਦੇ CAGR ਨਾਲ ਰਿਟਰਨ ਦਿੱਤੇ ਹਨ। ਦੋਸਤੋ, ਆਪਾਂ ਸਾਰਿਆਂ ਨੇ ਦੇਸ਼ ਕਾ ਨਮਕ ਟਾਟਾ ਨਮਕ ਦਾ ਜ਼ਰੂਰ ਹੀ ਖਾਦਾ ਹੋਵੇਗਾ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਮ ਟਾਟਾ ਕੰਜ਼ਿਊਮਰ ਪ੍ਰੋਡਕਟਸ ਹੈ, ਜਿਸ ਦੇ ਸ਼ੇਅਰ ਨੇ ਪਿਛਲੇ 10 ਸਾਲਾਂ ਦੇ ਵਿੱਚ 18% CAGR ਰਿਟਰਨ ਦਿੱਤੇ ਹਨ। ਇਸੇ ਤਰ੍ਹਾਂ ਤੁਸੀਂ ਬਜਾਜ ਫਾਈਨੈਂਸ ਦਾ ਵੀ ਨਾਮ ਸੁਣਿਆ ਹੋਵੇਗਾ। ਇਸ ਦੇ ਸ਼ੇਅਰ ਨੇ ਪਿਛਲੇ 10 ਸਾਲਾਂ ਦੇ ਵਿੱਚ 46% ਦੇ CAGR ਦੀ ਦਰ ਦੇ ਨਾਲ ਰਿਟਰਨ ਦਿੱਤੇ ਹਨ। 10 ਸਾਲ ਪਹਿਲਾਂ ਜੇ ਕਿਸੇ ਨੇ
ਨੇ ਇਸ ਦੇ ਸ਼ੇਅਰਾਂ ਦੇ ਵਿੱਚ 10000 ਰੁਪਇਆ ਵੀ ਨਿਵੇਸ਼ ਕੀਤਾ ਹੁੰਦਾ ਤਾਂ ਅੱਜ ਉਸ ਦਾ 10000 4,40,000 ਦੇ ਕਰੀਬ ਹੁੰਦਾ। ਇਸੇ ਤਰ੍ਹਾਂ HDFC ਬੈਂਕ ਨੇ 18%, ਮਾਰੂਤੀ ਸੁਜ਼ੂਕੀ ਨੇ ਵੀ 18%, ਐਸਕॉर्ट ਜੋ ਕਿ ਟਰੈਕਟਰ ਬਣਾਉਣ ਵਾਲੀ ਕੰਪਨੀ ਹੈ ਉਸਨੇ 41% ਅਤੇ ਅਪੋਲੋ ਹਸਪੀਟਲ ਨੇ 19% CAGR ਦੇ ਰਿਟਰਨ ਦਿੱਤੇ ਹਨ। ਦੋਸਤੋ ਮੈਂ ਇੱਥੇ ਇੱਕ ਗੱਲ ਨੂੰ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਕੰਪਨੀ ਕਿੰਨਾ ਰਿਟਰਨ ਦੇਵੇਗੀ ਕੋਈ ਪੱਕਾ ਨਹੀਂ ਕਿਹਾ ਜਾ ਸਕਦਾ। ਬਹੁਤ ਸਾਰੀਆਂ ਕੰਪਨੀਆਂ ਨੇ ਨਿਵੇਸ਼ਕਾਂ ਦੇ ਪੈਸੇ ਨੂੰ ਡੁਬਾਇਆ ਵੀ ਹੈ, ਪਰ ਜੇਕਰ ਤੁਸੀਂ ਉੱਪਰ ਦਿੱਤੀਆਂ ਉਦਾਹਰਨਾਂ ਵਰਗੀਆਂ ਚੰਗੀਆਂ ਕੰਪਨੀਆਂ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ ਲੰਬੀ ਅਵਧੀ ਦੇ ਵਿੱਚ ਤੁਹਾਨੂੰ ਵਧੀਆ ਰਿਟਰਨ ਹੀ ਮਿਲਣਗੇ। ਹੋਰ ਕੁਝ ਨਹੀਂ ਤਾਂ ਘੱਟੋ ਘੱਟ ਤੁਸੀਂ ਇਨਫਲੇਸ਼ਨ ਦੇ ਰੇਟ ਨਾਲੋਂ ਤਾਂ ਜ਼ਿਆਦਾ ਰਿਟਰਨ ਬਣਾ ਹੀ ਪਾਓਗੇ। ਦੋਸਤੋ ਮੈਂ 1 ਲੱਖ ਜਾਂ 10,000 ਦੀ ਰਾਸ਼ੀ ਕੇਵਲ ਉਦਾਹਰਨ ਦੇ ਲਈ ਵਰਤੀ ਹੈ ਤਾਂ ਕਿ ਤੁਹਾਨੂੰ ਸਮਝਣ ਵਿੱਚ ਆਸਾਨੀ ਰਹੇ। ਤੁਸੀਂ ਕਿਸੇ ਕੰਪਨੀ ਦੇ ਵਿੱਚ ਇੱਕ ਸ਼ੇਅਰ ਤੋਂ ਲੈ ਕੇ ਆਪਣੀ ਸਮਰੱਥਾ ਦੇ ਅਨੁਸਾਰ ਸ਼ੇਅਰਾਂ ਦੀ ਮਾਤਰਾ ਖਰੀਦ ਕੇ ਸ਼ੁਰੂਆਤ ਕਰ ਸਕਦੇ ਹੋ। ਜੇ ਤੁਸੀਂ ਹੱਲੇ ਤੱਕ ਡੀਮੈਟ ਅਕਾਊਂਟ ਨਹੀਂ ਖੁਲਵਾਇਆ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਜ਼ੀਰੋਦਾ ਜਾਂ ਫਾਇਰ ਦੇ ਲਿੰਕ ਦੇ ਉੱਤੇ ਕਲਿੱਕ ਕਰਕੇ ਕੁਝ ਹੀ ਮਿੰਟਾਂ ਵਿੱਚ ਆਨਲਾਈਨ ਅਕਾਊਂਟ ਖੁਲਵਾ ਕੇ ਇਨਵੈਸਟਮੈਂਟ ਦੀ ਸ਼ੁਰੂਆਤ ਕਰ ਸਕਦੇ ਹੋ। ਦੋਸਤੋ ਅਗਲੀ ਵੀਡੀਓ ਵਿੱਚ ਮੈਂ ਉਹ ਤਰਕੀਬ ਦੱਸਾਂਗਾ ਜਿਸ ਨਾਲ ਹਰ ਕੋਈ ਬਾਜ਼ਾਰ ਦੇ ਵਿੱਚ ਨਿਵੇਸ਼ ਕਰਕੇ ਲੰਬੀ ਅਵਧੀ ਦੇ ਵਿੱਚ ਪੈਸਾ ਬਣਾ ਸਕਦਾ ਹੈ। ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਲਿਖੋ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਜੇ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਧੰਨਵਾਦ।